ਹੈਲੋ एवरीवन ਸੋ 21st ਆਫ ਜਨਵਰੀ ਤੋਂ ਸਪਾਊਸਲ ਓਪਨ ਵਰਕ ਪਰਮਿਟ ਐਪਲੀਕੇਸ਼ਨਸ ਤੇ ਜੋ ਰੂਲਸ ਆ ਉਹ ਚੇਂਜ ਹੋਣ ਜਾ ਰਹੇ ਆ ਉਸ ਦੇ ਵਿੱਚ ਕਾਫੀ ਰਿਕੁਆਇਰਮੈਂਟਸ ਚੇਂਜਸ ਆਈਆਂ ਜਿਸ ਦੇ ਵਿੱਚ ਸਪਾਊਸਸ ਨੂੰ ਸਰਟਨ ਟੀਅਰਸ ਦੇ ਵਿੱਚ ਜੌਬ ਕਰਨ ਦੀ ਰਿਕੁਆਇਰਮੈਂਟ ਹੋਊਗੀ ਜਾਂ ਫਿਰ ਜੇ ਅਗਰ ਐਜੂਕੇਸ਼ਨ ਦੀ ਗੱਲ ਕਰੀਏ ਤਾਂ ਉਸ ਦੇ ਵਿੱਚ ਵੀ ਉਹ ਸਰਟਨ ਐਜੂਕੇਸ਼ਨ ਪ੍ਰੋਗਰਾਮਸ ਦੇ ਵਿੱਚ ਸਟੱਡੀ ਕਰਦੇ ਆ ਤਾਂ ਹੀ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਬੁਲਾ ਸਕਣਗੇ ਸੋ ਇਹ ਸਾਰੀਆਂ ਚੇਂਜਸ ਨੂੰ ਆਪਾਂ ਡਿਟੇਲ ਦੇ ਵਿੱਚ ਡਿਸਕਸ ਕਰਦੇ ਹਾਂ ਲੈਟਸ ਬਿਗਿਨ Okay, so जो ये changes आईਆਂ ਇਹ 14th of January 2025 ਨੂੰ ਇਹ changes implement ਹੋਏ right so as we can see changes to open work permits for family members of temporary residents ਜੋ ਕਿ ਇੰਟਰਨੈਸ਼ਨਲ ਸਟੂਡੈਂਟਸ ਆ ਜਾਂ ਫਿਰ ਤੁਸੀਂ ਅਗਰ ਓਪਨ ਵਰਕ ਪਰਮਿਟ ਤੇ ਹੋ ਜਾਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਤੇ ਹੋ ਤਾਂ ਉਹਨਾਂ ਲਈ ਇਹ ਚੇਂਜਸ ਇੰਪਲੀਮੈਂਟ ਕੀਤੀਆਂ ਜਾ ਰਹੀਆਂ ਸੋ ਇਸ ਦੀਆਂ ਅਨਾਉਂਸਮੈਂਟਸ ਲਾਸਟ ਸੈਪਟੈਂਬਰ 2024 ਦੇ ਵਿੱਚ ਅਨਾਉਂਸ ਕੀਤੀਆਂ ਗਈਆਂ ਸੀ ਕਿ ਹੋਰ ਵੀ ਚੇਂਜਸ ਅੱਗੇ ਇੰਪਲੀਮੈਂਟ ਕੀਤੀਆਂ ਜਾਣੀਆਂ ਓਪਨ ਵਰਕ ਪਰਮਿਟਸ ਦੇ ਰਿਲੇਟਡ ਐਂਡ ਉਸ ਦੀਆਂ ਜੋ ਡਿਟੇਲਸ ਆ ਉਹ ਲਿਸਟ ਕਰ ਦਿੱਤੀਆਂ ਗਈਆਂ ਕਿ ਇਫੈਕਟਿਵ ਫਰਮ ਜਨਵਰੀ 21 2025 ਤੋਂ only spouses of certain international students and foreign workers will be able to apply for an family open work permit right so ਇਸ ਦੇ ਵਿੱਚ ਜੋ ਕੀ ਚੇਂਜਸ ਆਈਆਂ ਐਂਡ ਕਿਹੜੇ ਐਪਲੀਕੈਂਟਸ ਆਪਣੇ ਸਪਾਊਸਸ ਨੂੰ ਬੁਲਾ ਸਕਣਗੇ ਉਸ ਦੀਆਂ ਆਪਾਂ ਡਿਟੇਲ ਦੇ ਵਿੱਚ ਡਿਸਕਸ਼ਨਸ ਕਰਦੇ ਹਾਂ So first of all, family open work permits will be limited to spouses of international students who are enrolled in master's program that are 16 months or longer. So ਪਹਿਲਾਂ ਅਗਰ ਤੁਸੀਂ ਮਾਸਟਰਸ ਪ੍ਰੋਗਰਾਮ ਦੇ ਵਿੱਚ ਸਟੱਡੀਜ਼ ਕਰ ਰਹੇ ਸੀ ਚਾਹੇ ਉਹ ਮਾਸਟਰਸ ਪ੍ਰੋਗਰਾਮ 1 ਈਅਰ ਦਾ ਹੁੰਦਾ ਸੀ ਤਾਂ ਵੀ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਸੀ ਬਟ ਹੁਣ ਤੁਹਾਡਾ ਮਾਸਟਰਸ ਪ੍ਰੋਗਰਾਮ ਮਿਨੀਮਮ 16 ਮੰਥਸ ਦਾ ਹੋਣਾ ਚਾਹੀਦਾ ਫਿਰ ਹੀ ਤੁਸੀਂ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਬੁਲਾ ਸਕੋਗੇ ਜਾਂ ਫਿਰ ਉਹ ਡਾਕਟੋਰਲ ਪ੍ਰੋਗਰਾਮਸ ਕਰ ਰਹੇ ਹੋਣ ਵਿਚ ਇਜ਼ PhDs or select professional and eligible programs. So ਇਸ ਦੇ ਵਿੱਚ ਜੋ eligible programs ਆ selected ਇਸ ਦੇ ਵਿੱਚ ਕੁਝ bachelor's ਦੇ programs ਵੀ ਆ ਜਾਂਦੇ ਆ for example bachelor of nursing, bachelor of law ਜਾਂ ਫਿਰ bachelor of education or engineering. So ਇਸ ਦੇ ਵਿੱਚ ਅਗਰ ਤੁਸੀਂ bachelor's ਦੀਆਂ ਇਹ ਕੈਟਾਗਰੀ ਦੇ ਵਿੱਚ ਸਟੱਡੀਜ਼ ਕਰਦੇ ਹੋ ਤਾਂ ਵੀ ਤੁਸੀਂ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਬੁਲਾ ਸਕੋ ਐਂਡ ਹੁਣ ਅਗਰ ਆਪਾਂ ਗੱਲ ਕਰੀਏ ਅਗਰ ਤੁਸੀਂ ਓਪਨ ਵਰਕ ਪਰਮਿਟ ਤੇ ਹੋ ਤਾਂ ਉਸ ਦੇ ਵਿੱਚ ਫੈਮਿਲੀ ਓਪਨ ਵਰਕ ਪਰਮਿਟਸ ਵਿਲ ਬੀ ਆਲਸੋ ਲਿਮਿਟਡ ਟੂ ਸਪਾਊਸਸ ਆਫ ਫੋਰਨ ਵਰਕਰਸ ਹੂ ਆਰ EMPLOYED ਇਨ ਟੀਅਰ 0 ਔਰ 1 ਆਕੂਪੇਸ਼ਨ ਸੋ ਅਗਰ ਤੁਸੀਂ ਟੀਅਰ 0 ਔਰ 1 ਦੇ ਵਿੱਚ ਜੌਬ ਕਰਦੇ ਹੋਗੇ ਤਾਂ ਹੀ ਤੁਸੀਂ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਬੁਲਾ ਸਕੋਗੇ ਬਟ ਕੁਝ ਐਕਸੈਪਸ਼ਨਸ ਵੀ ਦਿੱਤੀਆਂ ਗਈਆਂ ਅਗਰ ਆਪਾਂ ਗੱਲ ਕਰੀਏ ਟੀਅਰ 2 ਔਰ 3 ਆਕੂਪੇਸ਼ਨ ਦੇ ਵਿੱਚ ਸੋ ਇਸ ਦੇ ਵਿੱਚ ਇਨ ਸੈਕਟਰਸ ਵਿਦ ਲੇਬਰ ਸ਼ਾਰਟੇजेस ਔਰ ਲਿੰਕ ਟੂ ਗਵਰਨਮੈਂਟ ਪ੍ਰਾਇੋਰਟੀਜ਼ These include occupations in the natural and applied sciences, construction, healthcare, natural resources, education, sports and military sectors. The full list will be available on January 21, 2025. So ਇਸ ਦੇ ਵਿੱਚ certain categories ਆ ਜੋ ਕਿ occupation in demand ਜਾਂ ਫਿਰ occupation in priorities ਹੈਗੀਆਂ ਕੈਨੇਡਾ ਦੇ ਵਿੱਚ ਉਸ ਦੇ ਵਿੱਚ ਅਗਰ ਤੁਸੀਂ ਜੌਬ ਕਰ ਰਹੇ ਹੋਵੋਗੇ ਤਾਂ ਤੁਸੀਂ ਆਪਣੇ ਸਪਾਊਸ ਨੂੰ ਓਪਨ ਵਰਕ ਪਰਮਿਟ ਤੇ ਬੁਲਾ ਸਕੋਗੇ ਸੋ ਜੋ ਫੁੱਲ ਲਿਸਟ ਆ ਉਹ ਜਨਵਰੀ 21 ਨੂੰ ਲਿਸਟ ਕੀਤੀ ਜਾਓ ਜਿਸ ਦੇ ਵਿੱਚ ਡੀਟੇਲ ਆਕੂਪੇਸ਼ਨਸ ਆ ਕਿ ਕਿਹੜੇ ਆਕੂਪੇਸ਼ਨ ਦੇ ਵਿੱਚ ਅਗਰ ਤੁਸੀਂ ਜੌਬ ਕਰਦੇ ਹੋ ਤੁਸੀਂ ਆਪਣੇ ਸਪਾਊਸ ਨੂੰ ਬੁਲਾ ਸਕਦੇ ਹੋ ਤਾਂ ਉਸ ਦੀ ਡੀਟੇਲ ਲਿਸਟ ਪ੍ਰੋਵਾਈਡ ਕੀਤੀ ਜਾਊਗੀ ਉਸ ਦੇ ਅਕੋਰਡਿੰਗ ਤੁਸੀਂ ਫਿਰ ਸੌਰਟ ਆਊਟ ਕਰ ਸਕਦੇ ਹੋ ਇੱਕ ਹੋਰ ਇੰਪੋਰਟੈਂਟ ਅਪਡੇਟ ਆਈ ਹੈ ਇਸ ਦੇ ਵਿੱਚ In addition, the foreign worker must also have at least, बहुत important, at least 16 months remaining on the work permit at the time when their spouse applies for the open work permit. So ਪਹਿਲਾਂ ਜੋ ਇਹ ਟਾਈਮ ਹੁੰਦਾ ਸੀ ਇਹ 6 months ਦਾ ਹੁੰਦਾ ਸੀ ਕਿ ਤੁਹਾਡੇ ਕੋਲੇ at least 6 months ਦਾ work permit available ਹੋਣਾ ਚਾਹੀਦਾ ਜਦੋਂ ਤੁਸੀਂ ਆਪਣੇ ਸਪਾਊਸ ਦੀ open work permit application ਲਗਾਉਂਦੇ ਹੋ ਬਟ ਹੁਣ ਇਸ ਟਾਈਮ ਡਿਊਰੇਸ਼ਨ ਨੂੰ ਇੰਕਰੀਜ਼ ਕਰਕੇ 16 months ਦਾ ਕਰ ਦਿੱਤਾ ਗਿਆ ਕਿ ਐਟਲੀਸਟ ਤੁਹਾਡੇ ਕੋਲੇ 16 months ਦਾ ਵਰਕ ਪਰਮਿਟ ਪਿਆ ਹੋਵੇ ਉਸ ਤੋਂ ਫਿਰ ਹੀ ਤੁਸੀਂ ਆਪਣੇ ਸਪਾਊਸ ਦਾ ਓਪਨ ਵਰਕ ਪਰਮਿਟ ਐਪਲੀਕੇਸ਼ਨ ਲਗਾ ਸਕੋਗੇ ਐਂਡ ਅਦਰ ਜੋ ਸਟ੍ਰਿਕਟ ਚੇਂਜ ਆਈ ਹੈ ਇਸ ਦੇ ਵਿੱਚ ਡਿਪੈਂਡੈਂਟ ਚਿਲਡਰਨ ਆਫ ਫੋਰਨ ਵਰਕਰਸ ਵਿਲ ਨੋ ਲੌਂਗਰ ਬੀ ਐਲੀਜੀਬਲ ਰਾਈਟ ਸੋ ਡਿਪੈਂਡੈਂਟ ਚਿਲਡਰਨ ਨੂੰ ਵੀ ਪਹਿਲਾਂ ਜਿਵੇਂ ਕਿ ਐਲੀਜੀਬਲ ਹੁੰਦੇ ਸੀ ਹੁਣ ਉਹਨਾਂ ਨੂੰ ਮੈਂਸ਼ਨ ਕਰ ਦਿੱਤਾ ਗਿਆ that they will not be eligible. Spousal open work permit applications that were approved under the previous measures and have not expired will remain valid. ਸੋ ਜੋ ਪਹਿਲਾਂ ਵਰਕ ਪਰਮਿਟ ਸੀਗੇ ਜੋ ਅਪਰੂਵ ਹੋ ਚੁੱਕੇ ਆ ਐਂਡ ਹਜੇ ਵੀ ਜਿਨ੍ਹਾਂ ਦੀ ਵੈਲਿਡਿਟੀ ਹਜੇ ਅਵੇਲੇਬਲ ਆ ਉਸ ਦੇ ਉਹ ਉਵੇਂ ਰਹਿਣਗੇ ਉਸ ਦੇ ਵਿੱਚ ਕੋਈ ਚੇਂਜਸ ਨਹੀਂ ਆਉਣਗੀਆਂ ਬਟ ਕੁਝ ਕੇਸਿਸ ਦੇ ਵਿੱਚ ਸਟੂਡੈਂਟਸ ਜਿਨ੍ਹਾਂ ਦੀਆਂ ਹਜੇ ਸਟੱਡੀਜ਼ ਕੰਪਲੀਟ ਹੋਣ ਦੇ ਵਿੱਚ ਟਾਈਮ ਆ ਸੋ ਇਸ ਦੇ ਵਿੱਚ ਉਹਨਾਂ ਨੂੰ ਵੀ ਐਕਸਪਲੇਨ ਕੀਤਾ ਗਿਆ So let's see next. In situations where students may need more time to complete their program or where family members received a shorter work permit than the principal applicant, in Canada family members including spouses and dependent children can apply to renew their work permit as long as they apply under the same criteria as the current work permit and the requested duration of the renewal matches that of the existing study or work permit of the principal applicant.
ਸੋ ਇਸ ਦੇ ਵਿੱਚ ਕੁਝ ਸਟੂਡੈਂਟਸ ਆ ਜਿਨ੍ਹਾਂ ਦੀਆਂ ਸਟੱਡੀਜ਼ ਐਕਸਪੈਕਟਡ ਹੁੰਦੀਆਂ ਇਸ ਡੇਟ ਤੱਕ ਕੰਪਲੀਟ ਹੋ ਜਾਣਗੀਆਂ, ਬਟ ਕਈ ਵਾਰੀ 4 ਮੰਥਸ ਜਾਂ 8 ਮੰਥਸ ਤੱਕ ਐਕਸਟੈਂਡ ਹੋ ਜਾਂਦੀ ਹੈ ਕਿਸੇ ਵੀ ਰੀਜ਼ਨਸ ਕਰਕੇ, ਚਾਹੇ ਉਹ ਕੋਰਸਿਸ ਫੇਲਡ ਹੋ ਜਾਂਦੇ ਆ ਜਾਂ ਫਿਰ ਉਹਨਾਂ ਦੇ ਕਿਸੇ ਵੀ ਰੀਜ਼ਨ ਕਰਕੇ ਐਕਸਟੈਂਡ ਹੋ ਜਾਂਦੀ ਹੈ ਸਟੱਡੀ। ਉਸ ਕੇਸ ਦੇ ਵਿੱਚ ਉਹਨਾਂ ਦੇ ਸਪਾਊਸਿਸ ਅੱਗੇ ਐਕਸਟੈਂਸ਼ਨ ਲੈ ਸਕਣਗੇ, ਜਾਂ ਫਿਰ ਕੁਝ ਕੈਟੇਗਰੀਜ਼ ਦੇ ਵਿੱਚ ਉਹਨਾਂ ਦੇ ਸਪਾਊਸ ਨੂੰ ਇਨਫ ਵੈਲਿਡਿਟੀ ਦਾ ਵਰਕ ਪਰਮਿਟ ਨਹੀਂ ਮਿਲਦਾ, ਜਾਂ ਫਿਰ ਆਪਣੇ ਜੋ ਸਟੂਡੈਂਟ ਹੈ ਇੱਥੇ ਜਾਂ ਵਰਕ ਪਰਮਿਟ ਹੋਲਡਰ ਆ ਉਹਨਾਂ ਤੋਂ ਘੱਟ ਡਿਊਰੇਸ਼ਨ ਦਾ ਮਿਲਦਾ ਕਈ ਵਾਰੀ ਜੋ ਵਰਕ ਪਰਮਿਟ ਹੁੰਦਾ, ਉਸ ਦੇ ਵਿੱਚ ਵੀ ਤੁਸੀਂ ਐਕਸਟੈਂਸ਼ਨ ਲਗਾ ਕੇ ਉਸ ਡਿਊਰੇਸ਼ਨ ਦਾ ਵਰਕ ਪਰਮਿਟ ਲੈ ਸਕੋ। Right, and spouses of workers covered by free trade agreements and those transitioning to permanent residence will not be impacted by these changes. So जो ये changes ਆ ਇਹ ਲਾਸਟ ਸੈਪਟੈਂਬਰ ਦੇ ਵਿੱਚ ਮੈਂਸ਼ਨ ਕਰ ਦਿੱਤੀਆਂ ਗਈਆਂ ਸੀ, ਪਰ ਹੁਣ ਜਾ ਕੇ ਇਸ ਦੀ ਜੋ ਇੰਪਲੀਮੈਂਟੇਸ਼ਨ ਡੇਟ ਆ ਉਹ ਆ ਚੁੱਕੀ ਆ। ਹੁਣ ਮੋਸਟ ਇੰਪੋਰਟੈਂਟ ਥਿੰਗ ਇਜ਼ ਕਿ ਅਗਰ ਤੁਸੀਂ ਆਪਣੀ ਐਪਲੀਕੇਸ਼ਨ ਆਪਣੇ ਸਪਾਊਸ ਦੀ ਓਪਨ ਵਰਕ ਪਰਮਿਟ ਐਪਲੀਕੇਸ਼ਨ 20th of January ਤੱਕ ਸਬਮਿਟ ਕਰ ਦਿੰਦੇ ਹੋ ਤਾਂ ਉਹਨਾਂ ਦੀ ਐਪਲੀਕੇਸ਼ਨ ਪ੍ਰੀਵੀਅਸ ਰੂਲਸ ਦੇ ਅਕੋਰਡਿੰਗ ਪ੍ਰੋਸੈਸ ਕੀਤੀ ਜਾਊਗੀ। ਬਟ ਅਗਰ ਤੁਸੀਂ 21 ਜਨਵਰੀ ਜਾਂ ਉਸ ਤੋਂ ਬਾਅਦ ਸਬਮਿਟ ਕਰਦੇ ਹੋ ਤਾਂ ਜੋ ਇਹ ਨਵੇਂ ਰੂਲਸ ਆ ਉਸ ਦੇ ਅਕੋਰਡਿੰਗ ਤੁਹਾਨੂੰ ਐਲੀਜੀਬਿਲਟੀਜ਼ ਮੀਟ ਕਰਨੀਆਂ ਪੈਣ। ਸੋ ਗੁੱਡ ਲੱਕ ਵਿਦ ਦ ਐਪਲੀਕੇਸ਼ਨਸ ਐਂਡ ਟੇਕ ਕੇਅਰ। ਬਾਕੀ ਜੋ ਆਕੂਪੇਸ਼ਨਸ ਦੀ ਡਿਟੇਲ ਲਿਸਟ ਆ ਉਹ 21 of January ਤੋਂ ਅਵੇਲੇਬਲ ਹੋਊਗੀ, ਉਸ ਦੀਆਂ ਵੀ ਅਸੀਂ ਉਸ ਤੋਂ ਬਾਅਦ ਤੁਹਾਨੂੰ ਡਿਟੇਲਸ ਪ੍ਰੋਵਾਈਡ ਕਰਾਂਗੇ। ਅਗਰ ਮੀਨਵਾਈਲ ਕੋਈ ਵੀ ਤੁਹਾਡੇ ਡਾਊਟਸ ਜਾਂ ਕੁਐਰੀਜ਼ ਹੈਗੀਆਂ, ਫੀਲ ਫ੍ਰੀ ਟੂ ਰੀਚ ਆਊਟ ਟੂ ਅਸ। ਟਿਲ ਦੈਨ ਗੁੱਡ ਲੱਕ ਐਂਡ ਟੇਕ ਕੇਅਰ।